ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੇ ਬਿਰੁਲੇ ਨੀਰ ਰਹਾਉ। ਹਰੀ ਅੰਗੂਰੀ ਗਦਹਾ ਚਰੈ, ਨਿਤ ਉਠ ਹਾਸੈ ਹੀਂਗੈ ਮਰੈ। ਮਾਤਾ ਭੈਸਾ ਅਮੋਹਾ ਜਾਇ, ਕੁਦ ਕੁਦ ਚਰੈ ਰਸਾਤਲ ਪਾਇ। ਕਹੋ ਕਬੀਰ ਪ੍ਰਗਟ ਭਈ ਖੇੜ, ਲੇਲੇ ਕੋ ਚੁੰਗੈ ਨਿਤ ਭੇੜ। ਰਾਮ ਰਮਤ ਮਤ ਪ੍ਰਗਟਿਆਈ, ਕਹੋ ਕਬੀਰ ਗੁਰ ਸੋਝੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਦਿਆਂ ਹੋਇਆਂ ਆਪਾਂ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਬਖਸ਼ਿਸ਼ ਕੀਤਾ ਹੈ। ਵੱਡੇ ਭਾਗਾਂ ਨਾਲ ਇਹ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਬੜੇ ਪ੍ਰੇਮ ਸਤਿਕਾਰ ਨਾਲ ਸਰਵਣ ਕੀਤੇ ਨੇ, ਜੋ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ। ਜਿਸ ਲੜੀ ਤਹਿਤ ਭਗਤ ਕਬੀਰ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਆਪਾਂ ਗੌੜੀ ਰਾਗ ਦੇ ਵਿੱਚੋਂ ਵਿਚਾਰ ਰਹੇ ਹਾਂ। ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਹੁਣੇ ਹੀ ਦਾਸ ਪਾਸੋਂ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 326 ਉੱਤੇ ਗੌੜੀ ਰਾਗ ਦੇ ਵਿੱਚ ਭਗਤ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਇਸ ਸ਼ਬਦ ਦੇ ਉੱਤੇ ਅਨੋਖਾ ਸਿਰਲੇਖ ਹੈ। ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਭਾਵ ਇਹ ਜੋ ਬਾਣੀ ਹੈ, ਇਹ ਜੋ ਸ਼ਬਦ ਹੈ, ਗੌੜੀ ਰਾਗ ਦੇ ਵਿੱਚ ਕਬੀਰ ਜੀ ਦਾ ਹੈ। ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਇਸ ਦੇ ਨਾਲ ਮਹੱਲੇ ਪੰਜਵੇਂ ਦਾ ਉਪਦੇਸ਼ ਵੀ, ਸ਼ਬਦ ਵੀ ਜਾਂ ਭਾਵ ਵੀ ਜਾਂ ਪਦਾ ਕਹਿ ਲਓ, ਨਾਲ ਰਲਾ ਕੇ ਅੰਕਿਤ ਕੀਤਾ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ ਤਾਂ ਜਿੱਥੇ ਗੁਰੂ ਸਾਹਿਬਾਨਾਂ ਦਾ ਕੋਈ ਸ਼ਬਦ ਆਉਂਦਾ ਹੈ, ਕੋਈ ਸ਼ਲੋਕ ਆਉਂਦਾ ਹੈ, ਭਾਵੇਂ ਉਹ ਭਗਤ ਬਾਣੀ ਦੇ ਵਿੱਚ ਹੀ ਹੋਵੇ, ਉਹਦੇ ਉੱਤੇ ਸਿਰਲੇਖ ਦਰਜ ਹੁੰਦਾ ਹੈ। ਆਪਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਕਰਦਿਆਂ ਇਹ ਪੜ੍ਹਿਆ ਸੀ ਕਿ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੇ
ਗੁਰੂ ਅਮਰਦਾਸ ਮਹਾਰਾਜ ਦੇ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਸ਼ਲੋਕ ਵੀ ਉਹਨਾਂ ਸ਼ਲੋਕਾਂ ਵਿੱਚ ਦਰਜ ਸਨ ਔਰ ਉਹਨਾਂ ਦੇ ਉੱਤੇ ਮਹੱਲਾ ਤੀਜਾ, ਮਹੱਲਾ ਪੰਜਵਾਂ ਇਤਿਆਦਿਕ ਦਰਜ ਸੀ। ਪਰ ਇੱਥੇ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਕਿ ਕਬੀਰ ਜੀ ਦੀ ਇਸ ਬਾਣੀ ਵਿੱਚ, ਭਾਵ ਇਸ ਪਦੇ ਵਿੱਚ, ਇਸ ਸ਼ਬਦ ਵਿੱਚ ਮਹੱਲਾ ਪੰਜਵਾਂ ਦਾ ਉਪਦੇਸ਼ ਪਦਾ ਵੀ ਨਾਲ ਰਲਾ ਕੇ ਲਿਖਿਆ ਹੋਇਆ, ਯਾਨੀ ਕਿ ਇਹਨੂੰ ਸਾਂਝਾ ਸ਼ਬਦ ਕਹਿ ਸਕਦੇ। ਪਰ ਇਹ ਜਾਣਨ ਵਾਸਤੇ ਇੱਕ ਹੋਰ ਨੁਕਤਾ ਵੀ ਅਸਾਂ ਵਿਚਾਰਨਾ ਹੈ। ਕਬੀਰ ਜੀ ਮਹਾਰਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਤੋਂ ਬਹੁਤ ਸਮਾਂ ਪਹਿਲੋਂ ਹੋਏ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਕਬੀਰ ਜੀ ਮਹਾਰਾਜ ਦੀ ਕੇਵਲ ਬਾਣੀ ਹੀ ਪਹੁੰਚੀ ਹੈ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਨਾਲ, ਇਸ ਸ਼ਬਦ ਨਾਲ ਆਪਣਾ ਉਪਦੇਸ਼ ਲਿਖਤ ਰੂਪ ਵਿੱਚ ਰਲਾ ਕੇ, ਨਾਲ ਅਟੈਚ ਕਰਕੇ, ਜੋੜ ਕੇ ਕਿਉਂ ਅੰਕਿਤ ਕੀਤਾ ਹੈ? ਇਹ ਪ੍ਰਸ਼ਨ ਹੈ। ਇੱਕ ਤਾਂ ਹੁੰਦਾ ਨਾ, ਦੋ ਸਮਕਾਲੀ ਮਹਾਂਪੁਰਖ ਨੇ ਤਾਂ ਕੋਈ ਚੀਜ਼ ਰਲਾ ਕੇ ਲਿਖਦੇ ਨੇ ਕਿ ਦੋਨਾਂ ਦਾ ਇੱਕ ਸਾਂਝਾ ਥਾਟ ਹੈ, ਵਿਚਾਰ ਹੈ, ਤੇ ਕੋਈ ਗੱਲ ਉਹਨਾਂ ਸਾਂਝੀ ਲਿਖ ਲਈ, ਉਹਦੇ ਉੱਤੇ ਉਹਨਾਂ ਸਾਂਝਾ ਸਿਰਲੇਖ ਦਰਜ ਕਰ ਲਿਆ। ਪਰ ਕਬੀਰ ਜੀ ਦਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜਿਹੜਾ ਸਮਾਂ ਹੈ ਉਹਦਾ ਬਹੁਤ ਫਰਕ ਹੈ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਨਾਲ ਆਪਣੀਆਂ ਪੰਕਤੀਆਂ ਨੂੰ ਇਸ ਪਦੇ ਨਾਲ ਕਿਉਂ ਰਲਾਇਆ ਹੈ, ਇਸ ਨੂੰ ਜਾਣਨ ਵਾਸਤੇ ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ ਤਾਂ ਸਾਨੂੰ ਸੌਖੇ ਢੰਗ ਨਾਲ ਸਮਝ ਪੈਂਦੀ ਹੈ। ਔਰ ਦੂਜਾ ਖਿਆਲ ਇਹ ਹੈ ਕਿ ਗੁਰੂ ਅਰਜਨ ਸਾਹਿਬ ਦੀਆਂ ਪੰਕਤੀਆਂ ਕਿਹੜੀਆਂ ਨੇ। ਇਹ ਸ਼ਬਦ ਜਦੋਂ ਅਸੀਂ ਸਾਰਾ ਪੜ੍ਹਾਂਗੇ, ਨਾਲ ਰਲਾਏ ਲਿਖਿਆ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਜੇ ਨਾਲ ਇਹਦੇ ਨਾਲ ਰਲਾ ਕੇ ਕੋਈ ਬੰਦ ਲਿਖਿਆ ਤੇ ਉਹ ਕਿਹੜਾ ਹੈ? ਮਹਾਰਾਜ ਨੇ ਇਸ ਦਾ ਸ਼ੱਕ ਜਾਂ ਸ਼ੁਬਾ ਵੀ ਰਹਿਣ ਨਹੀਂ ਦਿੱਤਾ। ਜਦੋਂ ਆਪ ਪੋਥੀ ਸਾਹਿਬ ਲੈ ਕੇ ਸ਼ਬਦ ਦੇ ਦਰਸ਼ਨ ਕਰੋਗੇ ਤਾਂ ਤੁਸੀਂ ਵੇਖੋਗੇ ਕਿ ਪਹਿਲੇ 4 ਬੰਦ ਜਿਹੜੇ ਹਨ, 3 ਬੰਦ ਜਿਹੜੇ ਹਨ, ਉਹ ਭਗਤ ਕਬੀਰ ਜੀ ਮਹਾਰਾਜ ਦੇ ਨੇ। ਤੇ ਜਿਹੜਾ ਅਖੀਰਲਾ ਬੰਦ ਹੈ, ਆਮ ਤੌਰ ਤੇ ਕੀ ਹੁੰਦਾ, ਇੱਕ ਬੰਦ ਹੋ ਗਿਆ ਤੇ ਅੱਗੇ ਏਕਾ ਪਾਇਆ ਹੋਇਆ ਹਿੰਦਸਾ, 2 ਬੰਦ ਹੋ ਗਏ, ਦੁਆ ਪਾਇਆ, 3 ਬੰਦ ਹੋ ਗਏ, ਅੱਗੇ ਤੀਆ ਪਾਇਆ, 4 ਬੰਦ ਹੋ ਗਏ, ਫਿਰ 4 ਪਾਇਆ, 5 ਪਦੇ ਦੇ ਅੱਗੇ 5 ਆਉਂਦਾ ਹੈ, 6 ਦੇ ਅੱਗੇ 6, 7 ਅਸ਼ਟਪਦੀ ਦੇ ਅੱਗੇ 8, 9 ਬੰਦ ਨੇ 9, ਇਸ ਤਰ੍ਹਾਂ ਅੰਕ ਚੱਲਦਾ ਹੈ। ਇਸ ਸ਼ਬਦ ਵਿੱਚੋਂ ਇਹ ਜਾਣਨ ਲਈ ਕਿ ਗੁਰੂ ਅਰਜਨ ਸਾਹਿਬ ਜੀ ਦੀਆਂ ਪੰਕਤੀਆਂ 2 ਕਿਹੜੀਆਂ ਨੇ, ਕਿਹੜਾ ਬੰਦ ਉਹਨਾਂ ਦਾ ਉਚਾਰਨ ਕੀਤਾ ਹੋਇਆ। ਪਹਿਲੇ ਜਦੋਂ 3 ਬੰਦ ਸਮਾਪਤ ਹੁੰਦੇ ਨੇ ਤਾਂ ਉੱਥੇ ਕਬੀਰ ਜੀ ਮਹਾਰਾਜ ਦਾ ਨਾਮ ਆਉਂਦਾ ਹੈ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇੜ। ਇੱਥੋਂ ਤੱਕ 3 ਬੰਦ ਭਗਤ ਕਬੀਰ ਜੀ ਮਹਾਰਾਜ ਦੇ, ਅੱਗੇ ਤੀਆ ਪਾਇਆ। ਫਿਰ 2 ਪੰਕਤੀਆਂ ਜਿਹੜੀਆਂ ਨੇ, ਇੱਕ ਬੰਦ ਉਹ ਗੁਰੂ ਅਰਜਨ ਸਾਹਿਬ ਦਾ ਹੈ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਇੱਥੇ ਅੱਗੇ 4 ਪਾਇਆ, ਵੀ ਸ਼ਬਦ ਦੇ ਕੁੱਲ 4 ਬੰਦ ਹੋ ਗਏ, ਪਰ ਨਾਲ 2 ਡੰਡੀਆਂ ਪਾ ਕੇ ਫਿਰ ਏਕਾ ਪਾਇਆ। ਇਹ ਪਹਿਲਾ ਬੰਦ ਗੁਰੂ ਅਰਜਨ ਸਾਹਿਬ ਦਾ ਇੱਥੋਂ ਆਰੰਭ ਹੋਇਆ ਤੇ ਪਹਿਲੇ ਤੇ ਹੀ ਸਮਾਪਤੀ ਕਰ ਲਿਆ। ਇਸ ਸ਼ਬਦ ਦੀ ਪਿਛਲੀ ਗਿਣਤੀ ਨੂੰ ਪੜ੍ਹੋ, ਉੱਥੇ ਸ਼ਬਦਾਂ ਦੀ ਗਿਣਤੀ ਕੁੱਲ 13 ਹੋ ਜਾਂਦੀ ਹੈ ਤੇ 4 ਬੰਦਾਂ ਦਾ ਉਹ ਸ਼ਬਦ ਹੈ ਤੇ ਅੱਗੇ 13 ਪਾਇਆ। 4 ਬੰਦਾਂ ਦਾ ਇਹ ਸ਼ਬਦ ਹੈ ਤੇ ਇਹਦੇ ਅੱਗੇ ਏਕਾ ਪਾ ਕੇ ਫਿਰ 14 ਪਾਇਆ। ਯਾਨੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਇੱਕ ਤਰਤੀਬ ਹੈ ਲਿਖਣ ਦੀ। ਸ਼ਬਦਾਂ ਦੀ ਗਿਣਤੀ ਵੀ, ਕਾਊਂਟਿੰਗ ਵੀ ਨਾਲੋਂ ਨਾਲ ਹੋਈ ਜਾ ਰਹੀ ਹੈ। ਕਿਸ ਪਾਤਸ਼ਾਹੀ ਦੇ ਕਿੰਨੇ ਸ਼ਬਦ ਨੇ, ਕਿਸ ਮਹਾਂਪੁਰਖ ਦੇ ਕਿੰਨੇ ਸ਼ਬਦ ਨੇ, ਉਹਨਾਂ ਦਾ ਅਖੀਰ ਦੇ ਉੱਤੇ 2 ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ ਪ੍ਰਮਾਣ ਮਿਲਦੇ। ਇੱਕ ਜਗ੍ਹਾ ਦੇ ਉੱਤੇ ਆਉਂਦਾ ਹੈ ਜੋੜ, ਜੀਜੇ ਨੂੰ ਹੋੜਾ, ਡਾੜੇ ਨੂੰ ਔਂਕੜ, ਜੋੜ। ਸਾਰੇ ਸ਼ਬਦਾਂ ਨੂੰ ਲਿਖ ਕੇ ਅਖੀਰ ਦੇ ਉੱਤੇ ਉਹਨਾਂ ਦੀ ਕਾਊਂਟਿੰਗ ਪਾ ਕੇ ਅਖੀਰ ਦੇ ਉੱਤੇ ਮਹਾਰਾਜ ਨੇ ਜੋੜ ਕੱਢਿਆ। ਇੱਕ ਜਗ੍ਹਾ ਦੇ ਉੱਤੇ ਸ਼ਬਦ ਆਉਂਦਾ ਹੈ ਜੁਮਲਾ। ਜੁਮਲਾ ਦਾ ਅਰਥ ਵੀ ਜੋੜ ਹੀ ਹੁੰਦਾ ਹੈ ਕਿ ਕੁੱਲ ਕਿੰਨੇ ਸ਼ਬਦ ਹੋ ਗਏ, ਉਹਨਾਂ ਦੀ ਸਾਰੀ ਗਿਣਤੀ ਲਿਖ ਕੇ ਅੱਗੇ ਉਹਨੂੰ ਗੁਰਮੁਖੀ ਵਿੱਚ ਲਿਖਿਆ ਹੈ ਜੁਮਲਾ।
ਤੋ ਇਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸ਼ਬਦਾਂ ਦੀ, ਬੰਦਾਂ ਦੀ ਸਾਰੀ ਰੂਪ ਰੇਖਾ ਜਿਹੜੀ ਹੈ ਗੁਰੂ ਸਾਹਿਬ ਨੇ ਨਿਸ਼ਚਿਤ ਕੀਤੀ ਹੈ। ਤੋ ਸਾਡੇ ਵਿਦਵਾਨਾਂ ਨੇ ਇਸ ਨੂੰ ਆਪਣੇ ਢੰਗ ਨਾਲ ਜਦੋਂ ਇਹਦੀ ਖੋਜ, ਛਾਣਬੀਣ, ਵਿਚਾਰ, ਅਭਿਆਸ ਕੀਤਾ ਹੈ ਤਾਂ ਉਹਨਾਂ ਨੇ ਨਤੀਜਾ ਕੱਢਿਆ ਹੈ ਵੀ ਇਹ ਵੀ ਇੱਕ ਬਹੁਤ ਵੱਡੀ ਗੁਰੂ ਸਾਹਿਬ ਦੀ ਬਖਸ਼ਿਸ਼ ਕਹਿ ਲਓ ਤੇ ਸਤਿਗੁਰੂ ਮਹਾਰਾਜ ਦੀ ਦੂਰ ਅੰਦੇਸ਼ੀ ਕਹਿ ਲਓ ਵੀ ਜੇ ਕੋਈ ਕਿਸੇ ਬੀੜ ਵਿੱਚ ਕੋਈ ਆਪਣੇ ਕੋਲੋਂ ਸ਼ਬਦ ਕਿਤੇੋਂ ਚੁੱਕ ਕੇ ਰਲਾਉਣ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਅਗਲੇ ਪਿਛਲੇ ਸਾਰੇ ਜੋੜ ਬਦਲਣੇ ਪੈਣਗੇ, ਜਿਹੜੇ ਕਿ ਉਹਦੇ ਵਾਸਤੇ ਪੋਸੀਬਲ ਨਹੀਂ ਹੋਣਗੇ, ਕਿਉਂਕਿ ਸ਼ਬਦਾਂ ਦੀ ਜਿਹੜੀ ਗਿਣਤੀ ਹੈ, ਕਾਊਂਟਿੰਗ ਆ, ਉਹ ਨਾਲ ਨਾਲ ਹੋ ਰਹੀ ਹੈ। ਇਸ ਵਾਸਤੇ ਕਿਸੇ ਸ਼ਬਦ ਤੋਂ ਵਿੱਚੋਂ ਕੱਢ ਲੈਣਾ ਜਾਂ ਕਿਸੇ ਸ਼ਬਦ ਨੂੰ ਪਾ ਦੇਣਾ, ਦੋਵੇਂ ਚੀਜ਼ਾਂ ਜਿਹੜੀਆਂ ਨੇ ਪੋਸੀਬਲ ਨਹੀਂ ਹੋਣਗੀਆਂ। ਬਾਕੀ ਬੋਲੀ, ਸ਼ੈਲੀ, ਵਿਚਾਰ, ਥਾਟ, ਇਹ ਸਾਰੀਆਂ ਗੱਲਾਂ ਵੀ ਮੈਟਰ ਕਰਦੀਆਂ ਨੇ। ਜਦੋਂ ਕਿਸੇ ਰਚਨਾ ਵਿੱਚ, ਜਦੋਂ ਕਿਸੇ ਬਾਣੀ ਵਿੱਚ ਤੁਸੀਂ ਆਪਣੀ ਚੀਜ਼ ਰਲਾਉਣੀ ਹੋਵੇ ਤਾਂ ਤੁਹਾਨੂੰ ਉਹਦੇ ਵਰਗੀ ਬੋਲੀ ਚਾਹੀਦੀ ਹੈ, ਉਹਦੇ ਵਰਗਾ ਥਾਟ ਚਾਹੀਦਾ, ਉਹਦੇ ਵਰਗੀ ਹੀ ਸ਼ੈਲੀ ਚਾਹੀਦੀ ਹੈ ਲਿਖਣ ਦੀ। ਹੁਣ ਤੁਸੀਂ ਵੇਖੋ ਨਾ, ਜਿਨ੍ਹਾਂ ਵਿਦਵਾਨਾਂ ਨੇ ਬਾਣੀ ਦੇ ਅਰਥ ਕੀਤੇ ਨੇ ਉਹਨਾਂ ਨੇ ਨਾਲ ਨਾਲ ਇਹ ਚੀਜ਼ਾਂ ਵੀ ਸਮਝਾਈਆਂ ਨੇ। ਭਗਤ ਕਬੀਰ ਸਾਹਿਬ ਜੀ ਦੀ ਬੋਲੀ ਤੇ ਸ਼ੈਲੀ, ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ, ਉਹਨਾਂ ਦੀਆਂ ਉਦਾਹਰਨਾਂ, ਐਗਜ਼ੈਂਪਲਸ ਵੱਖਰੇ ਕਿਸਮ ਦੀਆਂ ਹੋਣਗੀਆਂ। ਕਬੀਰ ਜੀ ਮਹਾਰਾਜ ਦੀਆਂ ਵੱਖਰੇ ਕਿਸਮ ਦੀਆਂ ਹੋਣਗੀਆਂ। ਉਹਨਾਂ ਦੀ ਬੋਲੀ ਦਾ ਪੈਟਰਨ ਵੀ ਵੱਖਰਾ ਹੋਏਗਾ। ਉਹਨਾਂ ਦੀ ਬੋਲੀ ਵਿੱਚ ਕਿਸ ਸਥਾਨਕ ਬੋਲੀ ਦਾ ਜ਼ਿਆਦਾ ਟੱਚ ਹੈ, ਇਹ ਵੀ ਮੈਟਰ ਕਰਦਾ ਹੈ। ਗੁਰੂ ਨਾਨਕ ਸਾਹਿਬ ਦਾ ਭ੍ਰਮਣ ਬਹੁਤ ਜ਼ਿਆਦਾ ਰਿਹਾ ਔਰ ਧਰਤੀ ਦੇ ਵੱਖ-ਵੱਖ ਹਿੱਸਿਆਂ ਦੇ ਉੱਤੇ ਗਏ, ਇਸ ਕਰਕੇ ਉਹਨਾਂ ਦੀ ਬੋਲੀ ਵਿੱਚ ਤੁਹਾਨੂੰ ਸਥਾਨਕ ਬੋਲੀਆਂ ਦੇ ਸ਼ਬਦਾਂ ਦੀ ਭਰਮਾਰ ਮਿਲੇਗੀ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬੋਲੀ ਹੈ, ਗੁਰੂ ਅਮਰਦਾਸ ਮਹਾਰਾਜ ਦੀ ਹੈ। ਹਰ ਇੱਕ ਮਹਾਂਪੁਰਖ ਨੇ ਆਪਣੇ ਜੀਵਨ ਤਜਰਬੇ ਦੇ ਵਿੱਚੋਂ ਸਥਾਨਕ ਬੋਲੀਆਂ ਦਾ ਪ੍ਰਭਾਵ ਉਹਨਾਂ ਦੀ ਬਾਣੀ ਵਿੱਚ ਮਿਲਦਾ ਹੈ, ਉਦਾਹਰਨਾਂ ਮਿਲਦੀਆਂ ਨੇ। ਉਹਨਾਂ ਦੇ ਵਿਚਾਰ ਜਿਹੜੇ ਨੇ ਉਹਨਾਂ ਨੇ ਦਰਸਾਉਣ ਵਾਸਤੇ, ਜਿਹਨੂੰ ਆਪਾਂ ਕਹਿੰਦੇ ਐਕਸਪਲੇਨੇਸ਼ਨ ਕਿਸੇ ਥਾਟ ਦੀ ਕਰਨ ਵਾਸਤੇ, ਉਹਨਾਂ ਦੀ ਆਪਣੀ ਇੱਕ ਵੱਖਰੀ ਸ਼ੈਲੀ ਹੁੰਦੀ। ਤੋ ਇਸ ਵਾਸਤੇ ਉਹਨਾਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਨਾਂ ਦੀ ਇੱਕ ਵੱਖਰੇ ਢੰਗ ਨਾਲ, ਜੇ ਕਬੀਰ ਸਾਹਿਬ ਦੀ ਬਾਣੀ ਨੂੰ ਆਪਾਂ ਲੜੀਵਾਰ ਬਾਣੀ ਮਹਾਂਪੁਰਖਾਂ ਦੇ ਹਿਸਾਬ ਨਾਲ ਇਸੇ ਕਰਕੇ ਵਿਚਾਰਨ ਦਾ ਯਤਨ ਕਰ ਰਹੇ ਹਾਂ ਕਿ ਪ੍ਰੋਪਰ ਸਾਨੂੰ ਜਿਹੜਾ ਉਹ ਰੈਗੂਲਰ ਉਹਨਾਂ ਦੇ ਥਾਟ ਦੀ, ਉਹਨਾਂ ਦੇ ਵਿਚਾਰ ਦੀ ਸਮਝ ਪੈਂਦੀ ਜਾਵੇ ਵੀ ਭਗਤ ਨਾਮਦੇਵ ਸਾਹਿਬ ਮਹਾਰਾਜ ਆਪਣੀ ਸਮੁੱਚੀ ਬਾਣੀ ਵਿੱਚ ਕੀ ਕਹਿੰਦੇ ਨੇ, ਉਹਨਾਂ ਦੀ ਬੋਲੀ ਕਿਹੋ ਜਿਹੀ ਹੈ, ਉਹਨਾਂ ਦੀ ਸ਼ੈਲੀ ਕਿਹੋ ਜਿਹੀ ਹੈ, ਉਹਨਾਂ ਦਾ ਲਿਖਣ ਦਾ ਢੰਗ ਕੀ ਹੈ, ਉਹਨਾਂ ਦੀਆਂ ਉਦਾਹਰਨਾਂ ਕਿਹੋ ਜਿਹੀਆਂ ਨੇ, ਉਹਨਾਂ ਨੇ ਕਿਹੜੇ ਕਿਹੜੇ ਅਨੁਭਵ ਨੂੰ ਆਪਣੀ ਬਾਣੀ ਵਿੱਚ ਦਰਸਾਇਆ ਹੈ। ਤੋ ਇੱਥੇ ਵੀ ਭਗਤ ਕਬੀਰ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ। ਪਹਿਲੀਆਂ ਦੋ ਪੰਕਤੀਆਂ ਜਿਹੜੀਆਂ ਨੇ ਇਸ ਮੁਬਾਰਕ ਸ਼ਬਦ ਦੀਆਂ, ਉਹ ਰਹਾਉ ਦਾ ਬੰਦ ਹੈ। ਤੋ ਪਹਿਲੇ ਬੰਦ ਵਿੱਚ ਭਗਤ ਜੀ ਮਹਾਰਾਜ ਮਿਹਰ ਕਰਦੇ ਨੇ, ਐਸੋ ਅਚਰਜ ਦੇਖਿਓ ਕਬੀਰ। ਕਬੀਰ ਨੇ ਐਸੀ ਹੈਰਾਨੀਜਨਕ ਵਰਤਾਰਾ ਵਾਪਰਦਾ ਹੋਇਆ ਜਾਂ ਗੱਲ ਵਾਪਰਦੀ ਹੋਈ ਵੇਖੀ ਹੈ। ਅਚਰਜ ਦਾ ਮਤਲਬ ਹੁੰਦਾ ਹੈਰਾਨੀ ਵਾਲੀ ਖੇਡ। ਐਸੀ ਹੈਰਾਨੀ ਵਾਲੀ ਖੇਡ ਵਾਪਰਦੀ ਹੋਈ ਵੇਖੀ ਹੈ। ਦਦ ਕਹਿ ਭੋਲੇ ਬਿਰੋਲੇ ਨੀਰ। ਦਦ ਦਹੀਂ ਨੂੰ ਕਹਿੰਦੇ ਨੇ, ਨੀਰ ਪਾਣੀ ਨੂੰ ਕਹਿੰਦੇ ਨੇ। ਬਿਰੋਲੇ ਦਾ ਮਤਲਬ ਹੁੰਦਾ ਰਿੜਕਣਾ। ਜੇ ਮਧਾਉਣੀ ਪਾਉਂਦੀਆਂ ਸਨ ਨਾ ਸਵਾਣੀਆਂ ਦਹੀਂ ਦੇ ਵਿੱਚ, ਤੇ ਉਹਨੂੰ ਰਿੜਕਦੀਆਂ ਸਨ ਉਹਦੇ ਚੋਂ ਮੱਖਣ ਕੱਢਣ ਵਾਸਤੇ। ਪਰ ਜੇ ਕੋਈ ਦੁੱਧ ਦੀ ਜਗ੍ਹਾ ਦੇ ਉੱਤੇ ਪਾਣੀ ਵਿੱਚ ਮਧਾਣੀ ਪਾ ਕੇ ਰੱਖਦਾ ਤੇ ਪਾਣੀ ਨੂੰ ਰਿੜਕੇ ਤੇ ਉਮੀਦ ਇਹ ਕਰੇ ਵੀ ਇਹਦੇ ਵਿੱਚੋਂ ਕੁਝ ਨਿਕਲੇਗਾ, ਯਥਾ ਜਿਵੇਂ ਤੀਸਰੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਰਸਾਇਆ ਹੈ, ਪੰਡਿਤ ਦਹੀਂ ਬਿਲੋਈਐ ਭਾਈ। ਮਾਨੋ ਸਤਿਗੁਰੂ ਮਹਾਰਾਜ ਕਿਸੇ ਵਿਦਵਾਨ ਨਾਲ ਜਾਂ ਕਿਸੇ ਪ੍ਰੋਹਿਤ ਨਾਲ ਚਰਚਾ ਕਰ ਰਹੇ, ਉਹਨੂੰ ਕਹਿੰਦੇ ਨੇ, ਹੇ ਪੰਡਿਤ ਜੀ, ਹੇ ਮੇਰੇ ਭਾਈ, ਜੇ ਦਹੀਂ ਨੂੰ ਰਿੜਕੀਏ, ਪੰਡਿਤ ਦਹੀਂ ਬਿਲੋਈਐ ਭਾਈ, ਵਿੱਚੋਂ ਨਿਕਲੇ ਤੱਥ, ਉਹਦੇ ਵਿੱਚੋਂ ਤੇ ਨਿਚੋੜ ਨਿਕਲੇਗਾ, ਭਾਵ ਮੱਖਣ ਦੇ ਰੂਪ ਵਿੱਚ। ਜਲ ਮਥੀਐ ਜਲ ਦੇਖੀਐ ਭਾਈ, ਜੇ ਪਾਣੀ ਨੂੰ ਰਿੜਕੀਏ ਤੇ ਪਾਣੀ ਦਾ ਪਾਣੀ ਹੀ ਨਜ਼ਰ ਆਏਗਾ, ਉਹਦੇ ਵਿੱਚੋਂ ਹੋਰ ਵਾਧੂ ਕੋਈ ਚੀਜ਼ ਨਹੀਂ ਨਿਕਲਣ ਲੱਗੀ।
ਭਾਵ ਪਾਣੀ ਨੂੰ ਰਿੜਕਣ ਦੀ ਮਿਹਨਤ ਤਾਂ ਵਧੇਕ ਲੱਗ ਸਕਦੀ ਹੈ, ਪਰ ਉਹਦੇ ਵਿੱਚੋਂ ਮੱਖਣ ਵਰਗਾ ਕੋਈ ਤੱਤ ਨਹੀਂ ਕੱਢਿਆ ਜਾ ਸਕਦਾ। ਜਲ ਮਥੀਐ ਜਲ ਦੇਖੀਏ ਭਾਈ, ਫਿਰ ਅੱਗੇ ਜਾ ਕੇ ਫਰਮਾਇਆ ਇਹ ਜੱਗ ਇਹ ਹਵਤ, ਇਹ ਸੰਸਾਰ ਇਸ ਤਰ੍ਹਾਂ ਦਾ ਹੀ ਕੰਮ ਕਰ ਰਿਹਾ ਹੈ। ਕਿਸ ਤਰ੍ਹਾਂ ਦਾ? ਜਿਵੇਂ ਪਾਣੀ ਵਿੱਚ ਕੋਈ ਮਧਾਣੀ ਪਾ ਕੇ ਉਹਨੂੰ ਰਿੜਕੀ ਜਾਏ। ਹੁਣ ਕੋਈ ਬੰਦਾ ਇਹ ਸਲਾਹੇ ਵੀ ਮੈਂ ਲਗਾਤਾਰ ਇੰਨੇ ਘੰਟੇ ਪਾਣੀ ਰਿੜਕਿਆ ਹੈ, ਨਿਸ਼ਚੈ ਹੀ ਉਹ ਇਹ ਕਹਿ ਸਕਦਾ ਹੈ ਵੀ ਦਹੀਂ ਰਿੜਕਣ ਵਾਲੇ ਨੇ ਤਾਂ 1 ਘੰਟਾ ਹੀ ਰਿੜਕਿਆ, ਮੈਂ ਤਾਂ ਪਾਣੀ 10 ਘੰਟੇ ਰਿੜਕਿਆ। ਤੇ ਸੁਣਨ ਵਾਲਾ ਕਹੇਗਾ ਵੀ ਤੇਰੀ ਮਿਹਨਤ ਉਹਦੇ ਨਾਲੋਂ ਜ਼ਿਆਦੀ ਹੈ, ਕੋਈ ਸ਼ੱਕ ਨਹੀਂ। ਉਹਨੇ ਤਾਂ 1 ਘੰਟਾ ਰਿੜਕਿਆ ਤੇ ਉਹਨੇ ਮੱਖਣ ਕੱਢ ਲਿਆ, ਪਰ ਤੂੰ 10 ਘੰਟੇ ਉਹਦੇ ਨਾਲੋਂ ਕਿਤੇ ਜ਼ਿਆਦਾ 10 ਗੁਣਾ ਵੱਧ ਤੂੰ ਮਿਹਨਤ ਕੀਤੀ ਹੈ, ਕੋਈ ਸ਼ੱਕ ਨਹੀਂ। ਮਿਹਨਤ ਤੇਰੀ ਉਹਦੇ ਨਾਲੋਂ ਜ਼ਿਆਦੀ ਹੈ, ਪਰ ਪ੍ਰਾਪਤੀ ਤੇਰੀ ਕੋਈ ਨਹੀਂ। ਉਹਦੀ 1 ਘੰਟੇ ਦੀ ਮਿਹਨਤ ਵਿੱਚੋਂ ਉਹਦੀ ਪ੍ਰਾਪਤੀ ਝਲਕਦੀ ਹੈ ਵੀ ਉਹਨੇ ਦਹੀਂ ਨੂੰ ਰਿੜਕਿਆ ਹੈ ਤੇ ਮੱਖਣ ਕੱਢਿਆ ਹੈ, ਤੇ ਮਿਹਨਤ ਉਹਨੇ 1 ਘੰਟਾ ਕੀਤੀ ਹੈ। ਤੂੰ ਮਿਹਨਤ ਉਹਦੇ ਨਾਲੋਂ 10 ਗੁਣਾ ਵੱਧ ਕੀਤੀ ਹੈ, ਪਰ ਤੂੰ ਰਿੜਕਿਆ ਪਾਣੀ ਹੈ ਤੇ ਨਿਕਲਿਆ ਕੁਝ ਨਹੀਂ। ਤੋ ਮਹਾਰਾਜ ਫਰਮਾਉਂਦੇ ਨੇ ਜਲ ਮਥੀਐ ਜਲ ਦੇਖੀਏ ਭਾਈ, ਇਹ ਜਗ ਇਹਾ ਵਥ। ਤੋ ਕਿਤੇ ਬਚਨ ਮਹਾਰਾਜ ਨੇ ਕਰਮ ਕਾਂਡਾਂ ਦਾ ਅਭਿਆਸ ਕਰਨ ਵਾਲਿਆਂ ਪ੍ਰਤੀ ਵੀ ਵਰਤਿਆ ਵੀ ਪਾਣੀ ਰਿੜਕਣਾ ਇਹਨੇ ਲੋਕ, ਇਹਦੇ ਚੋਂ ਨਿਕਲੇਗਾ ਕੁਝ ਨਹੀਂ। ਨਾ ਕੋਈ ਸਹਿਜ ਨਿਕਲੇਗਾ, ਨਾ ਸਬਰ ਨਿਕਲੇਗਾ, ਨਾ ਸੰਤੋਖ ਦੀ ਜ਼ਿੰਦਗੀ ਮਿਲੇਗੀ, ਨਾ ਮਾਨਸਿਕ ਟਿਕਾਊ ਮਿਲੇਗਾ, ਨਾ ਕੋਈ ਅੰਦਰ ਦੀ ਆਨੰਦਤ ਅਵਸਥਾ ਪ੍ਰਾਪਤ ਹੋਏਗੀ, ਤੇ ਨਾ ਹੀ ਕੋਈ ਉੱਚਾ ਕਰੈਕਟਰ ਇਹਨਾਂ ਚੀਜ਼ਾਂ ਨਾਲ ਘੜਿਆ ਜਾਏਗਾ। ਕਿਤੇ ਮਹਾਰਾਜ ਨੇ ਕਰਮ ਕਾਂਡਾਂ ਲਈ ਵਰਤਿਆ ਤੇ ਕਿਤੇ ਵਕਾਰੀ ਜ਼ਿੰਦਗੀ ਜੀਣ ਵਾਲਿਆਂ ਲਈ ਵਰਤਿਆ। ਤੋ ਇਸ ਸ਼ਬਦ ਨੂੰ ਅਸੀਂ ਉਹਦੇ ਸੰਦਰਭ ਵਿੱਚ ਹੀ ਸਮਝਾਂਗੇ। ਇਹ ਆਪਾਂ ਕੇਵਲ ਉਦਾਹਰਣ ਜਿਹੜੀ ਸਾਂਝੀ ਹੈ ਉਹਦੀ ਵਿਚਾਰ ਕੀਤੀ। ਤੋ ਇਹ ਜੋ ਸ਼ਬਦ ਹੈ ਭਗਤ ਕਬੀਰ ਜੀ ਮਹਾਰਾਜ ਦਾ, ਇਹਦੇ ਆਰੰਭ ਦੀਆਂ 2 ਪੰਕਤੀਆਂ ਰਹਾਉ ਦਾ ਬੰਦ ਨੇ, ਔਰ ਉਹ ਕਹਿੰਦੇ ਨੇ ਮੈਂ ਕਬੀਰ ਨੇ ਐਸੀ ਹੈਰਾਨੀਜਨਕ ਖੇਡ ਜਾਂ ਹੈਰਾਨੀਜਨਕ ਵਰਤਾਰਾ ਵੇਖਿਆ ਸੰਸਾਰ ਦਾ ਵੀ ਲੋਕ ਜਿਹੜੇ ਨੇ ਉਹ ਦਹੀਂ ਦੇ ਭੁਲੇਖੇ ਵਿੱਚ ਪਾਣੀ ਰਿੜਕ ਰਹੇ ਨੇ। ਭਾਵ ਇਹਨੂੰ ਆਪਾਂ ਕਹਿੰਦੇ ਨਿਰਾਰਥਕ ਵਿਅਰਥ ਦੇ ਯਤਨ ਕਰਨੇ, ਉਹ ਕੰਮ ਜਿਨ੍ਹਾਂ ਵਿੱਚੋਂ ਕੋਈ ਸੰਤੁਸ਼ਟੀਜਨਕ ਪ੍ਰਾਪਤੀ ਨਹੀਂ ਹੋ ਸਕਦੀ, ਜਿਨ੍ਹਾਂ ਵਿੱਚੋਂ ਕੋਈ ਭਲਾ ਨਹੀਂ ਨਿਕਲ ਸਕਦਾ। ਇੱਕ ਤਾਂ ਕੰਮ ਕਰਦੇ ਨੇ ਉਹਦੇ ਚੋਂ ਕੋਈ ਭਲਾ ਹੋਵੇ ਕਿਸੇ ਵੀ ਧਿਰ ਦਾ, ਇੱਕ ਉਹ ਕੰਮ ਹੈ ਜਿਹਦੇ ਵਿੱਚੋਂ ਭਲਾ ਕੋਈ ਨਹੀਂ, ਬਸ ਹੋ ਰਿਹਾ ਹੈ, ਕੰਮ ਹੋ ਰਿਹਾ ਹੈ, ਮਿਹਨਤ ਬਹੁਤ ਹੋ ਰਹੀ ਹੈ, ਯਤਨ ਬਹੁਤ ਹੋ ਰਿਹਾ ਹੈ। ਮੈਂ ਅੱਗੇ ਵੀ ਉਦਾਹਰਣ ਭਾਈ ਗੁਰਦਾਸ ਜੀ ਦੀ ਸਾਂਝੀ ਕੀਤੀ ਸੀ। ਉਹਨਾਂ ਨੇ 3 ਐਗਜ਼ੈਂਪਲਸ ਦਿੱਤੀਆਂ ਨੇ, 3 ਉਦਾਹਰਨਾਂ ਉਹਨਾਂ ਨੇ ਦਿੱਤੀਆਂ ਨੇ। ਇੱਕ ਤਾਂ ਪੁਰਾਣਾ ਸਮਾਂ ਸੀ ਨਾ, ਕੋਹਲੂ ਜਾਂ ਖੂਹ ਗੇੜਦੇ ਸਨ ਤੇ ਉਹਨਾਂ ਦੇ ਅੱਗੇ ਬੈਲ ਜੋਏ ਜਾਂਦੇ ਸਨ। ਬਲਦ ਜਿਹੜੇ ਸਨ ਉਹ ਗੇੜਦੇ ਸਨ ਕੋਹਲੂ ਨੂੰ, ਤੇਲ ਕੱਢਣ ਵਾਲੀ ਅੱਜ ਕੱਲ੍ਹ ਤੇ ਇਲੈਕਟ੍ਰੋਨਿਕ ਮਸ਼ੀਨਾਂ, ਉਹਨਾਂ ਸਮੇਂ 'ਚ ਕੋਹਲੂ ਦੇ ਰਾਹੀਂ ਤੇਲ ਕੱਢਿਆ ਜਾਂਦਾ ਸੀ। ਜਾਂ ਜਿਹੜੀਆਂ ਖੂਹ ਗੇੜਦੇ ਸਨ ਜਿਹੜੇ, ਉਹ ਖੂਹ ਗੇੜਨ ਵਾਸਤੇ ਉਹਨਾਂ ਦੇ ਅੱਗੇ ਬਲਦ ਜੋਏ ਜਾਂਦੇ ਸਨ। ਕਈ ਲੋਕ ਊਠ ਵੀ ਜੋ ਲੈਂਦੇ ਸਨ। ਉਹਨਾਂ ਨੇ ਉੱਥੇ ਉੱਥੇ ਹੀ ਘੁੰਮਣਾ ਹੁੰਦਾ ਸੀ, ਉਹਨਾਂ ਦਾ ਇੱਕ ਦਾਇਰਾ ਸੀ, ਤੇ ਉਹਨਾਂ ਦੀਆਂ ਅੱਖਾਂ ਦੇ ਉੱਤੇ ਖੋਪੇ ਕਹਿੰਦੇ ਸਨ ਉਹਨੂੰ, ਅੱਖਾਂ ਢੱਕਣ ਵਾਸਤੇ ਵੀ ਆਸੇ-ਪਾਸੇ ਵੇਖਣ ਨਾ ਤੇ ਤੁਰੇ ਰਹਿਣ। ਹੁਣ ਉਹਨਾਂ ਦੇ ਮਗਰ ਇੰਨਾ ਚਿਰ ਉਹਨਾਂ ਨੂੰ ਤੋਰਨ ਵਾਲਾ ਨਹੀਂ ਸੀ ਫਿਰ ਸਕਦਾ। ਉਹਨੇ ਥੋੜ੍ਹਾ ਜਿਹਾ ਲਲਕਾਰ ਕੇ ਜਾਂ ਥੋੜ੍ਹਾ ਜਿਹਾ ਉਹਨਾਂ ਨੂੰ ਡੰਡਾ ਛੁਹਾ ਕੇ ਇੱਕ ਡਰ ਜਿਹਾ ਪਾ ਕੇ ਆਪ ਪਾਸੇ ਜਾ ਬਹਿਣਾ, ਆਪਦਾ ਕੰਮ ਕਰੀ ਜਾਣਾ ਜਾਂ ਛਾਵੇਂ ਜਾ ਬੈਠਣਾ। ਉਹਨਾਂ ਨੇ ਉੱਥੇ ਉੱਥੇ ਘੁੰਮੀ ਜਾਣਾ, ਖੂਹ ਗਿੜੀ ਜਾਣਾ ਜਾਂ ਕੋਹਲੂ ਗਿੜੀ ਜਾਣਾ। ਹੁਣ ਉਹਨਾਂ ਦੇ ਮਨ 'ਚ ਇਹ ਸੀ ਵੀ ਸਾਡਾ ਮਾਲਕ ਡੰਡਾ ਲੈ ਕੇ ਸਾਡੇ ਮਗਰ ਤੁਰ ਰਿਹਾ। ਉਹ ਤੁਰਦੇ ਕਿੰਨਾ ਸਨ, ਕਈ ਮੀਲਾਂ ਦਾ ਸਫ਼ਰ ਉਹਨਾਂ ਦਾ ਹੋ ਜਾਂਦਾ। ਜੇ ਤੁਸੀਂ ਉਹਨਾਂ ਦੀ ਗਿਣਤੀ ਕਰਨ ਲੱਗੋ, ਉਹਨਾਂ ਦੇ ਸਫ਼ਰ ਦੀ ਕਾਊਂਟ ਕਰਨ ਲੱਗੋ ਵੀ ਉਹਨਾਂ ਕਿੰਨਾ ਪੈਂਡਾ ਕੀਤਾ ਹੈ, ਤੇ ਉਹ ਘੁੰਮੀ ਗਏ, ਕਿੰਨਾ ਸਫ਼ਰ ਬਣ ਜਾਂਦਾ। ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਜੇ ਉਹ ਬਲਦ ਇਹ ਸੋਚਣ ਵੀ ਅਸੀਂ ਤਾਂ ਸਵੇਰ ਦੇ ਤੁਰੇ ਹੋਏ ਹਾਂ, ਦੁਪਹਿਰ ਹੋ ਗਈ, ਅਸੀਂ ਤਾਂ ਆਪਣੇ ਮਾਲਕ ਦੇ ਘਰ ਤੋਂ ਕਿਤੇ ਕਿੰਨੇ ਕੋਹ ਦੂਰ ਆ ਗਏ ਹੋਵਾਂਗੇ, ਖੌਰੇ ਅਸੀਂ ਕਿਹੜੇ ਪਿੰਡ ਕਿਹੜੇ ਨਗਰ ਪਹੁੰਚ ਗਏ ਹਾਂ। ਪਰ ਜਦੋਂ ਮਾਲਕ ਨੇ ਉਹਨਾਂ ਨੂੰ ਛੱਡਣਾ ਹੁੰਦਾ ਨਾ ਉਸ ਕੰਮ ਤੋਂ, ਸਭ ਤੋਂ ਪਹਿਲਾਂ ਉਹਨਾਂ ਦੀਆਂ ਅੱਖਾਂ ਦੇ ਖੋਪੇ ਜਦੋਂ ਲਾਉਂਦਾ ਤਾਂ ਉਹ ਬਲਦ ਕੀ ਵੇਖਦੇ ਨੇ ਕਿ ਉਹ ਖੜੇ ਤੇ ਉੱਥੇ ਦੇ ਉੱਥੇ ਹੀ ਨੇ। ਪੈਂਡਾ ਉਹਨਾਂ ਨੇ ਜ਼ਰੂਰ ਬਹੁਤ ਕੀਤਾ,
कोई शक नहीं। पर खड़े उत्थे ही ने, घूमते रहे उत्थे आ जाते रहे, घूमते रहे उत्थे आ जाते रहे, क्योंकि एक दायरे च ही घूमे ना, सर्कल में। दूसरी उदाहरण भाई गुरदास जी ने दी है, कहते ने जिवें एक अन्ना ना सन की रस्सी वट रहा सी, ते वो जिन्नी रस्सी वटी जा रहा सी, मगर एक बछड़ा वच्छा बज्झा सी गां दा, ਉਹਨੂੰ चित्थी जाए, जिन्नी वो चित्थे खराब करी जाए। हुण अन्ना अपने हिसाब नाल रस्सी ते वट्टी लम्मी वट्टी जा रहा भी मैं तां किन्नी लम्मी रस्सी वट लई होएगी, कई मीटर की, पर उन जिन्नी उन्हें वट्टी उन्नी उन्हें मगर खराब भी की, क्योंकि उन्होंने मगरला पासा नहीं सी दिस रहा भी मेरी मेहनत जाई तो नहीं जा रही, मेहनत तो बहुत कर रहा है, तो रस्सी अपनी तरफों बहुत लम्मी वट चुक्या हुण तक, पर मगर उन्नी बच्चे ने खा के खराब कर दी। भाई गुरदास जी लिखते हैं, जैसे बैल तेली को जानत कई कोस चलियो, नैन उगरत वही ठाऊ ही टकानो है, जैसे जेवरी बटत आंध्रो चिंत चिंत, खात जात बशरो टटोरे पछतानो है। ते अखीरली पंक्ति में उन्होंने फरमाया, कहन लगे, तैसे सुपनंतर दिसंतर बिहाए गई, पहुंच ना सकियो तहां जहां मोहे जानो है। कहते ने इसे तरह असी स्वप्नमई दुनिया विच अपने ख्याली पुलाओ विच, जिन्हों आपां कहने इमैजीनेशन, असी इमैजन करते रहने भी मैं जिन्ना काम किया मैं तो बहुत उच्ची शख्सियत बन गया, जिन्ना मैं कर्म कांड किया है, जिन्नी मैं दौड़ भज की है, वो साडी इमैजीनेशन विच तां इह हुंदा है भी असी पा लिया, पर यथार्थ विच असी प्राप्ति कोई नहीं की। वो चीज़ है किते नहीं जिहड़ी साडी इमैजीनेशन विच कल्पना विच है भी असी पा लईए चीज़, असी हासिल कर। हुण कल्पना का की, इमैजीनेशन का की है भी कौन है दुनिया जिहड़ा अपने आप को मनमुख समझदा है? मैं समझदा, तुसीं समझदे हो? नहीं, असी सारे गुरमुख हाँ। फिर मनमुख कौन है? साडी इमैजीनेशन, साडी कल्पना तो सानू भगती सिद्ध कर रही, मैं किड्डा भगत हाँ, किन्ना गुरमुख हाँ, गुरु नाल जुड़िया, रब नाल जुड़िया, भगत हाँ, चंगा बंदा हाँ, मैं किसी का माड़ा नहीं करता, लोग मेरा माड़ा कर दे। ये सारे हर एक की कल्पना विच अपने प्रति अपनी इमेज इहो ही है भी मैं दुनिया का सब तो नेक इंसान हाँ। साडी किसी की भी कल्पना विच खुद की इमैजीनेशन जिहड़ी खुद ही असी खुद नूं इमेज अपनी विखाउने, जे आपां अपनी पिक्चर क्लिक करिए ना तो असी खुद नूं वेखदे ना भी किड्डी सोहनी आई है, किन्नी वधिया आई है। इस तरह असी खुद नूं भी अपनी इमेज रोज़ विखाउने आए, जिवें शीशे सामने खलोने तैयार होने लई, इस तरह असी खुद नूं भी विखाउने भी मैं आ हाँ, खुद नूं दसदे रहे। उहनूं की कहा जाता है? स्वप्नमई अवस्था विच जिवें सुपने विच कोई राजा बन जाए, भिखारी, भिखारी नूं सुपना आवे तो राज संघासन ते बैठा होवे, भिखारी नूं सुपना आवे तो किसी जगह का राजा बनया होवे, किसी कैदी नूं सुपना आवे तो सुपने दे विच जेलर बनया होवे, जो कि उहदे लई पॉसीबल ही नहीं। वो है कि तो उहदी इमैजीनेशन उहनूं की साबित कर रही है, जानी कि असलीयत विच ते उहदी कल्पना विच इन्ना वड्डा अंतर है जिहड़ा मिट ही नहीं सकता, बहुत वड्डा गैप है। तो साडी सारिਆਂ दी इमैजीनेशन कल्पना जिहड़ी असीं उहनूं सच मनदे हां, ते साडी कल्पना विच अपने प्रति हमेशा ही ये होंदा भी मैं दुनिया का सब तो ऑनेस्ट बंदा, बहुत धर्मी बंदा, किसी का बुरा नहीं करता, किसी प्रति बुरा नहीं सोचना। जदों कि यथार्थ ये होंदा है भी साडा मन जिहड़ा है वो कुराहे पिया होया साडे अंदर मैल जमा करी जांदा है, जमा करी जांदा है, जमा करी जांदा है, ते असीं कल्पना की दुनिया विच विचरदे रहिंदे। जो हाँ असीं वो सानूं दिसदा नहीं, जो असीं नहीं हाँ वो असी इमेज अपनी आप दो रोज़ दिखाते रहने। ये उवें दी गल है भी जिवें आपां किसी स्टूडियो विच जाइए तो उन्होंने कहिए भी तू साडी इहो जी तस्वीर कंप्यूटराइज्ड तैयार कर भी मेरे तन के उत्ते लिबास होवे एक बादशाह वाला, मेरे हत्थ 'च तलवार होवे, सिंघासन ते मैं बैठा होवां, तां अगे किन्ने सारे फरियादी खड़े होण। बड़े कोई औखा काम तो नहीं, जिन्हें कंप्यूटर नाल इमेज तैयार करनी होवे, कोई इस तरह की इमेज तुहाडी बना सकता है भी तुसी बादशाह होवो, सिर ते ताज होवे, बड़े हीरियां जड़ा लिबास तुसी पहनिया होवे ते राज सिंघासन ते बैठे होवो, अगे फरियादी लोग होण ते तुसी मुठ्ठां भर भर के सोने दियां वंड रहे हो।
ਪੋਸੀਬਲ ਹੈ ਨਾ, ਇਹੋ ਜਿਹੀ ਤਸਵੀਰ ਆਪਣੀ ਤਿਆਰ ਕਰਵਾ ਲੈਣੀ। ਪਰ ਖੁਦ ਅਸੀਂ ਉਧਾਰ ਮੰਗ ਰਹੇ ਹੋਈਏ ਤੇ ਉਧਾਰ ਮੰਗ ਕੇ ਦਈਏ ਨਾ ਕਿਸੇ ਦਾ। ਸਾਡੀ ਆਪਣੀ ਆਮ ਜ਼ਿੰਦਗੀ ਇਹ ਹੋਵੇ ਵੀ ਘਰ ਵੀ ਮੁਸ਼ਕਲ ਨਾਲ ਚੱਲਦਾ ਹੈ ਤੇ ਤਸਵੀਰ ਇਹੋ ਜਿਹੀ ਬਣਾ ਕੇ ਤੇ ਆਪਣੇ ਘਰ ਦੇ ਵਾਲ ਦੇ ਉੱਤੇ, ਕੰਧ ਦੇ ਉੱਤੇ ਚਿਪਕਾ ਲਈਏ ਵੀ ਅਸੀਂ ਮੁੱਠਾਂ ਨਾਲ ਸੋਨਾ ਵੰਡ ਰਹੇ ਹਾਂ, ਤੇ ਤਸਵੀਰ ਵੇਖੀ ਜਾਈਏ। ਕੀ ਸਾਡੀ ਅਸਲੀ ਜ਼ਿੰਦਗੀ ਤੇ ਉਹ ਤਸਵੀਰ ਵਾਲੀ ਕਲਪਨਾ ਮੇਲ ਖਾਂਦੀ ਹੈ ਦੋਵਾਂ ਦੀ? ਬਿਲਕੁਲ ਨਹੀਂ ਖਾਂਦੀ। ਜੋ ਤਸਵੀਰ ਦੱਸਦੀ ਉਹ ਹੈ ਨਹੀਂ, ਜੋ ਅਸੀਂ ਹਾਂ ਉਹ ਤਸਵੀਰ ਵਿੱਚ ਨਹੀਂ ਦੱਸਿਆ ਜਾ ਰਿਹਾ। ਤਾਂ ਇਹਦਾ ਭਾਵ ਹੈ, ਇਸੇ ਨੂੰ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਸੁਪਨੰਤਰ, ਸੁਪਨ ਅੰਤਰ, ਸਵਪਨ ਅਵਸਥਾ, ਕਲਪਨਾ ਸ਼ਕਤੀ ਦੀ ਅਵਸਥਾ ਵਿੱਚ ਆਪਣੇ ਪ੍ਰਤੀ ਖੁਦ ਹੀ ਭਰਮ ਪੈਦਾ ਕਰ ਲੈਣਾ, ਆਪਣੇ ਪ੍ਰਤੀ ਖੁਦ ਹੀ ਇੱਕ ਇਮੇਜ ਕੱਢ ਲੈਣੀ ਤੇ ਉਸ ਭਰਮ ਵਿੱਚ ਜਿਉਂਦੇ ਰਹਿਣਾ। ਹੁਣ ਸੱਜਣ ਜਿਸ ਦੀ ਆਪਾਂ ਸਾਖੀ ਪੜ੍ਹਦੇ ਹਾਂ ਔਰ ਉਹਨੂੰ ਠੱਗ ਕਰਕੇ ਲਿਖਿਆ ਸਾਖੀ ਕਰਾਂ, ਕਦੇ ਉਹਨੇ ਆਪਣੇ ਆਪ ਨੂੰ ਕਿਹਾ ਹੋਊਗਾ ਮੈਂ ਠੱਗ ਹਾਂ? ਵੈਸੇ ਵੀ ਠੱਗ ਦੇ ਮੂੰਹ ਤੇ ਕੋਈ ਨਹੀਂ, ਚੋਰ ਦੇ ਮੂੰਹ ਤੇ ਕੋਈ ਨਹੀਂ ਕਹਿੰਦਾ ਫੜਿਆ ਜਾਏ ਤੇ ਚੋਰ ਹੈ, ਨਾ ਫੜਿਆ ਜਾਏ ਤੇ ਧਰਮਾਤਮਾ। ਜੋ ਫੜਿਆ ਜਾਏ ਉਹ ਚੋਰ ਹੈ, ਤੇ ਚੋਰ ਜੇ ਫੜਿਆ ਨਾ ਜਾਏ ਤੇ ਕਈ ਵਾਰ ਰੌਲਾ ਪਾਉਣ ਵਾਲਿਆਂ ਵਿੱਚ ਸਭ ਤੋਂ ਅੱਗੇ ਹੁੰਦਾ ਹੈ, ਸਭ ਤੋਂ ਅੱਗੇ, ਕਿਉਂਕਿ ਫੜਿਆ ਨਹੀਂ ਗਿਆ। ਉਹਨੂੰ ਇਹ ਹੁੰਦਾ ਵੀ ਇਹਨਾਂ ਲੋਕਾਂ ਨੂੰ ਕਿਹੜਾ ਪਤਾ। ਤੇ ਤੁਸੀਂ ਉਸ ਨੂੰ ਵੇਖਦੇ ਰਹੋ ਵੀ ਇਹ ਚੋਰੀ ਕਰਦਾ ਤੇ ਦੱਸੋ ਨਾ, ਤੇ ਫਿਰ ਉਹਦੇ ਕੋਲ ਜਾ ਕੇ ਹੌਲੀ ਜੀ ਗੱਲ ਕਰੋ ਵੀ ਕਈ ਲੋਕ ਬਹੁਤ ਚੋਰੀ ਕਰਦੇ, ਤੇ ਉਹ ਤੁਹਾਨੂੰ ਇੱਕ ਦੀਆਂ ਚਾਰ ਸੁਣਾਏਗਾ ਵੀ ਲੋਕਾਂ ਦਾ ਤੇ ਬੇੜਾ ਹੀ ਗਰਕ ਹੈ, ਬਹੁਤ ਮਾੜੇ ਨੇ। ਹੁਣ ਉਹਦੀ ਜਿਹੜੀ ਕਲਪਨਾ ਹੈ ਉਹਦੇ ਵਿੱਚ ਤੇ ਉਹ ਬੰਦਾ ਇਸ ਵੇਲੇ ਸਭ ਤੋਂ ਇਮਾਨਦਾਰ ਹੈ, ਪਰ ਯਥਾਰਥ ਕੀ ਹੈ, ਸਹੀ ਗੱਲ ਕੀ ਹੈ ਵੀ ਉਹ ਖੁਦ ਵੀ ਚੋਰ ਹੈ। ਹੁਣ ਉਹ ਜਿਹੜੀ ਆਪਣੀ ਇਮੇਜ ਉਹਨੇ ਆਪਣੇ ਆਪ ਨੂੰ ਉਹ ਕਦੇ ਨਹੀਂ ਮੰਨਦਾ ਵੀ ਮੈਂ ਚੋਰ ਹਾਂ। ਜੇ ਉਹ ਜਿੱਦਣ ਮੰਨ ਗਿਆ ਉਦਣ ਸੁਧਰ ਜਾਏਗਾ, ਜਿੱਦਣ ਉਸਨੇ ਖੁਦ ਨੂੰ ਅਸੈਪਟ ਕਰ ਲਿਆ ਨਾ ਵੀ ਆਹ ਹੈ ਮੈਂ, ਉਸ ਦਿਨ ਬਦਲ ਲਏਗਾ। ਬਸ ਇਹੀ ਹੈ, ਗੁਰੂ ਸਾਹਿਬ ਸਾਨੂੰ ਉਹ ਇਮੇਜ ਵਿਖਾਉਂਦੇ ਨੇ ਬਾਣੀ ਦੇ ਰਾਹੀਂ, ਸੰਗਤ ਦੇ ਰਾਹੀਂ, ਵੀ ਤੂੰ ਆਪਣੇ ਅੰਦਰ ਦੀ ਮੈਲ ਵੇਖ, ਕਲਪਨਾ ਚੋਂ ਬਾਹਰ ਆ। ਇਹ ਭਰਮ ਨੇ ਕਿਸੇ ਨੂੰ ਬਦਲ ਨਹੀਂ ਦਿੱਤਾ ਅਜ ਤੱਕ, ਕਿਸੇ ਦਾ ਪਰਿਵਰਤਨ ਨਹੀਂ ਹੋਣ ਦਿੱਤਾ ਅਜ ਤੱਕ। ਭਗਤ ਰਵਿਦਾਸ ਜੀ ਮਹਾਰਾਜ ਦਾ ਆਪਾਂ ਇੱਕ ਸ਼ਬਦ ਵਿਚਾਰਿਆ ਸੀ, ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮਗਤੇ, ਮੈਲੇ ਕਪਰੇ ਕਹਾ ਲਉ ਧੋਵੋਂ, ਆਵੇਗੀ ਨੀਂਦ ਕਹਾਂ ਲਗ ਸੋਵੋਂ, ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ। ਕਹਿੰਦੇ ਜੋ ਜੋ ਜੋੜਿਆ ਸੀ ਨਾ ਸਭ ਸੁੱਟ ਦਿੱਤਾ। ਕੀ ਜੋੜਿਆ ਸੀ ਭਲਾ? ਜੋ ਜੋ ਆਪਣੀ ਕਲਪਨਾ ਸ਼ਕਤੀ 'ਚ ਆਪਣੇ ਆਪ ਨੂੰ ਖੁਦ ਹੀ ਚੰਗਾ ਮੰਨ ਕੇ ਭਰਮ ਪਾਲੇ ਸਾਰੇ ਸੁੱਟ ਦਿੱਤੇ ਵੀ ਹੈ ਨਹੀਂ ਕੱਖ, ਇਹ ਐਵੇਂ ਵਿਖਾਵੇ ਬਾਜ਼ੀਆਂ, ਭਰਮ ਨੇ। ਤੋ ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਦੁਨੀਆ ਵੀ ਇਸ ਤਰ੍ਹਾਂ ਦਾ ਰੇੜਕਾ ਪਾ ਕੇ ਬੈਠੀ ਹੋਈ ਏ, ਯਤਨ ਬਹੁਤ ਵੱਡੇ ਕਰਦੀ ਹੈ, ਵਿਖਾਵੇ ਹੋਣ, ਆਪਣੇ ਆਪ ਨੂੰ ਭਰਮ ਵਿੱਚ ਰੱਖਣਾ ਹੋਵੇ ਵੀ ਇਹਦੇ 'ਚੋਂ ਸੁੱਖ ਹੈ, ਇਹਦੇ 'ਚ ਸੁੱਖ ਹੈ, ਇਹਦੇ 'ਚ ਤੂੰ ਉੱਚੇ ਜੀਵਨ ਵਾਲਾ ਹੋਏਂਗਾ, ਇਹਦੇ 'ਚ ਤੂੰ ਵਧੀਆ ਲੱਗਦਾ। ਇਹੋ ਜਿਹਾ ਪਾਣੀ ਰਿੜਕਣ ਵਾਲਾ ਕੰਮ ਜਿਹੜਾ ਉਹ ਬਹੁਤ ਹੁੰਦਾ, ਪਰ ਕਹਿੰਦੇ ਪ੍ਰਾਪਤੀ ਉਹਦੀ ਕੋਈ ਨਹੀਂ। ਯਥਾਰਥ ਜੋ ਸੱਚ ਹੈ ਉਹ ਬਿਲਕੁਲ ਵੱਖਰਾ ਹੈ ਔਰ ਬੜਾ ਡਰਾਉਣਾ ਵੀ ਹੁੰਦਾ ਹੈ। ਇਸ ਵਾਸਤੇ ਫਰਮਾਉਂਦੇ ਨੇ, ਹੁਣ ਉਹ ਦਸ਼ਾ ਦੱਸਦੇ ਨੇ ਵੀ ਸਾਡੇ ਮਨ ਦੀ ਦਸ਼ਾ ਕੀ ਹੈ। ਭਗਤ ਜੀ ਮਹਾਰਾਜ ਕਹਿੰਦੇ ਨੇ ਹਰੀ ਅੰਗੂਰੀ ਗਧਾ ਚਰੈ। ਅੰਗੂਰੀ ਕਹਿੰਦੇ ਨੇ ਬਿਲਕੁਲ ਕੂਲੀ ਕੂਲੀ ਹਰੀ ਫਸਲ ਜਿਹੜੀ ਹੈ ਉਹਨੂੰ ਗਧਾ ਚਰ ਰਿਹਾ, ਖਾਈ ਜਾ ਰਿਹਾ। ਹੁਣ ਉਹਦੇ ਸਾਹਮਣੇ ਹਰਿਆ ਖੇਤ ਹੈ, ਬਿਲਕੁਲ ਹਰਿਆ, ਤੇ ਉਹਨੂੰ ਲੱਗਦਾ ਮੈਨੂੰ ਕੌਣ ਰੋਕਣ ਵਾਲਾ। ਉਹ ਖਾਂਦਾ ਘੱਟ ਤੇ ਖਰਾਬ ਜ਼ਿਆਦਾ ਕਰਦਾ। ਪਸ਼ੂ ਦਾ ਇੱਕ ਸੁਭਾਅ ਹੈ, ਉਹਨੇ ਫਸਲ ਲਤਾੜੀ ਜਾਣੀ, ਖਰਾਬ ਕਰੀ ਜਾਣੀ, ਖਾਈ, ਇੱਥੋਂ ਖਾਧੀ, ਅੱਗੇ ਮੂੰਹ ਮਾਰਿਆ, ਅੱਗੇ ਮੂੰਹ ਮਾਰਿਆ। ਫਿਰ ਜਿਉਂ ਜਿਉਂ ਉਹਨੂੰ ਰਜੇਵਾਂ ਹੁੰਦਾ ਹੈ ਰੋਕਣ ਵਾਲਾ ਅਜੇ ਕੋਈ ਨਹੀਂ ਆਇਆ, ਉਹ ਹਰੀ ਅੰਗੂਰੀ ਫਸਲ ਜਿਹੜੀ ਹੈ ਉਹਨੂੰ ਗਧਾ ਚਰਦਾ ਹੈ, ਖਾਂਦਾ ਹੈ। ਨਿਤ ਉੱਠ, ਇਸੇ ਤਰ੍ਹਾਂ ਕਹਿੰਦੇ ਨੇ ਮਨ ਵੀ ਗਧੇ ਵਾਂਗੂ ਹੈ, ਵਿਕਾਰਾਂ ਦੀ ਹਰੀ ਖੇਤੀ ਚਰਦਾ ਹੈ। ਇਹਨੂੰ ਕਾਮ ਦਾ ਫੀਲਡ ਮਿਲ ਜਾਏ, ਕੋਈ ਰੋਕਣ ਵਾਲਾ ਨਾ ਹੋਵੇ, ਤੇ ਉੱਥੇ ਆਪਣੀਆਂ ਮਨ ਆਈਆਂ ਕਰੇਗਾ। ਕ੍ਰੋਧ ਦਾ ਫੀਲਡ ਮਿਲ ਜਾਏ, ਅੱਗੋਂ ਕੋਈ ਬੋਲਣ ਵਾਲਾ ਨਾ ਹੋਵੇ, ਫਿਰ ਤੁਸੀਂ ਇਸ ਬੰਦੇ ਨੂੰ ਵੇਖੋ, ਤੁਸੀਂ ਇਹਦੀ ਤਾਕਤ ਵੇਖੋ।
ਇਹਨੂੰ ਜੇ ਪਤਾ ਹੋਵੇ ਨਾ ਵੀ ਅੱਗੋਂ ਮੇਰੇ ਤੋਂ ਤਕੜਾ ਬੰਦਾ ਹੈ, ਫਿਰ ਇਹਦੀ ਨਿਮਰਤਾ ਵੇਖੋ। ਤੇ ਜੇ ਇਹਨੂੰ ਪਤਾ ਲੱਗੇ ਅਗਲਾ ਕਮਜ਼ੋਰ ਹੈ, ਤੇ ਫਿਰ ਇਸ ਬੰਦੇ ਦਾ ਤੁਸੀਂ ਤਾਕਤ ਵੇਖੋ, ਦੰਭ ਕਿੰਨਾ ਹੈ ਬੰਦੇ ਦੇ ਅੰਦਰ। ਜਿੱਥੇ ਪਤਾ ਤਕੜਾ ਹੈ, ਜਵਾਬ ਮਿਲੇਗਾ, ਉੱਥੇ ਨਿਮਰ ਸੁਭਾਅ ਰੱਖਦਾ। ਜਿੱਥੇ ਕਮਜ਼ੋਰ ਹੋਵੇ ਅਗਲਾ, ਉੱਥੇ ਆਪਣੇ ਆਪ ਨੂੰ ਬੜਾ ਵੱਡਾ ਤਾਕਤਵਰ ਦੱਬੇ। ਇਹਨੂੰ ਪਤਾ ਹੁੰਦਾ ਵੀ ਇਹਨੇ ਕਿਹੜਾ ਕੁਸਕਣਾ, ਵੀ ਇਹਨੇ ਕਿਹੜਾ ਮੈਨੂੰ ਕੁਝ ਕਰ ਲੈਣਾ। ਇਸ ਤਰ੍ਹਾਂ ਦਾ ਵੀ ਹੁੰਦਾ ਸੁਭਾਅ। ਕਈ ਵਾਰ ਇਹ ਵੀ ਹੁੰਦਾ ਵੀ ਜਿਹੜੀ ਗੱਲ ਜਿੱਥੇ ਕਰਨੀ ਉੱਥੇ ਨਹੀਂ ਕਰਨੀ, ਦੂਜੀ ਜਗ੍ਹਾ ਜਾ ਕਰਨੀ, ਕਿਉਂਕਿ ਆਪਣੇ ਅੰਦਰ ਦੀ ਫਰਸਟ੍ਰੇਸ਼ਨ ਕੱਢਣੀ ਹੈ, ਪਰ ਉੱਥੇ ਕੱਢ ਨਹੀਂ ਸਕਦਾ। ਉੱਥੇ ਪਤਾ ਹੈ ਵੀ ਅੱਗੋਂ ਜਵਾਬ ਮਿਲੇਗਾ। ਦੂਜੇ ਜਿਹਨੂੰ ਕੋਈ ਮਤਲਬ ਹੀ ਨਹੀਂ ਉਸ ਗੱਲ ਨਾਲ, ਉਹਨੂੰ ਜਾ ਕੇ ਦੱਸੇਗਾ ਉੱਥੇ ਇਵੇਂ ਹੋ ਰਿਹਾ ਹੈ। ਨਾ ਉਹ ਸੁਧਾਰ ਕਰਨ ਜੋਗਾ ਹੈ, ਨਾ ਉਹ ਕੁਝ ਕਹਿਣ ਜੋਗਾ ਹੈ, ਨਾ ਉਹ ਕੁਝ ਕਹਿਣ ਜੋਗਾ। ਸੋ ਦੋਵੇਂ ਰਲ ਮਿਲ ਕੇ ਆਪਣੇ ਅੰਦਰ ਦੀ ਜਿਹੜੀ ਫਰਸਟ੍ਰੇਸ਼ਨ ਉਹਨੂੰ ਰਿਲੀਜ਼ ਕਰ ਲੈਣ। ਇਸ ਤਰ੍ਹਾਂ ਵੀ ਵਾਪਰਦਾ। ਤੋ ਗੁਰੂ ਸਾਹਿਬ ਕਹਿੰਦੇ ਨੇ ਵੀ ਅਸੀਂ ਇਹ ਚੀਜ਼ ਪਾਲਦੇ ਹੀ ਕਿਉਂ ਅੰਦਰ, ਜਿਹਨੂੰ ਰਿਲੀਜ਼ ਕਰਨ ਲਈ ਤੁਹਾਨੂੰ ਥਾਂ ਪਹਿਲੋਂ ਲੱਭਣੀ ਪਵੇ। ਮੈਂ ਕਿੱਥੇ ਜਾਵਾਂ, ਜ਼ਰੂਰਤ ਕੀ ਹੈ? ਜੋ ਤੁਸੀਂ ਕਰ ਸਕਦੇ ਹੋ ਕਰੋ, ਜੋ ਨਹੀਂ ਤੁਹਾਡੇ ਵਾਸ ਉਹਨੂੰ ਛੱਡ ਦਿਓ। ਆਪਣੀ ਲਿਮਿਟੇਸ਼ਨ ਵਿੱਚ ਰਹੋ, ਆਪਣੀ ਮਰਿਆਦਾ ਨੂੰ ਵੇਖੋ, ਆਪਣੇ ਦਾਇਰੇ ਨੂੰ ਸਮਝੋ, ਕਦੇ ਦੁਖੀ ਨਹੀਂ ਹੋਵੋ। ਜਿਹੜਾ ਬੰਦਾ ਮਰਿਆਦਾ ਆਪਣੇ ਜੀਵਨ ਦੀ ਹੱਦ ਨੂੰ ਲੰਘਣ ਦੀ, ਆਪਣੀ ਪਾਇਆਂ ਨੂੰ ਲੰਘਣ ਦੀ ਕੋਸ਼ਿਸ਼ ਕਰਦਾ ਹੈ, ਗੱਲ ਜਿੰਨੀ ਵੱਡੀ ਮਰਜ਼ੀ ਕੋਈ ਕਰ ਲਵੇ, ਪਰ ਜੀਣਾ ਉਹਨੇ ਆਪਣੀ ਹੱਦ ਵਿੱਚ ਹੀ। ਮੈਂ ਕਈ ਵਾਰ ਉਦਾਹਰਨ ਦੇਣਾ, ਗੱਡੀ ਕਿੰਨੀ ਸਪੀਡ ਤੇ ਚੱਲ ਸਕਦੀ ਹੈ, ਪਰ ਚੱਲਣੀ ਤੇ ਰੋਡ ਉੱਤੇ ਹੀ ਹੈ ਨਾ। ਜੋ ਉਹਦੇ 'ਚ ਇੰਨੇ ਡੂੰਘੇ ਖੱਡੇ ਨੇ, ਬਜਰੀ ਪਈ ਹੋਈ ਹੈ, ਗੱਡੀ 20 ਦੀ ਸਪੀਡ ਤੋਂ ਜ਼ਿਆਦਾ ਤੁਰ ਹੀ ਨਹੀਂ ਸਕਦੀ। ਤੇ ਤੁਸੀਂ ਉਹਦੇ ਮੀਟਰ ਨੂੰ ਵੇਖ ਕੇ ਕੀ ਕਰੋਗੇ? ਜਿਹੜੀ ਸੜਕ ਤੇ ਜਿਹੜੇ ਰਾਹ ਦੇ ਉੱਤੇ ਉਹਨੇ ਚੱਲਣਾ, ਉਹ ਵੀ ਤਾਂ ਉਹਦੀ ਸਪੀਡ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ ਕਿ ਨਹੀਂ? ਉਹ ਜਿਹੜੀ ਚੀਜ਼ ਹੈ, ਇਸੇ ਕਰਕੇ ਬੰਦਾ ਇਹ ਤਾਂ ਵੇਖਦਾ ਵੀ ਮੈਂ ਇੰਨਾ ਕੁਝ ਕਹਿ ਸਕਦਾ, ਮੈਂ ਇੰਨਾ ਕੁਝ ਸੋਚ ਸਕਦਾ, ਪਰ ਇੰਪਲੀਮੈਂਟ ਜਿਹੜੇ ਦਾਇਰੇ 'ਚ ਹੋਣਾ ਉਹ ਵੀ ਤਾਂ ਬੰਦੇ ਨੂੰ ਵੇਖਣਾ ਪਏਗਾ। ਤੋ ਸਤਿਗੁਰੂ ਜੀ ਇੱਥੇ ਫਰਮਾਉਂਦੇ ਨੇ, ਇਸੇ ਤਰ੍ਹਾਂ ਮਨ ਗਧੇ ਦੀ ਨਿਆਈ ਹੈ, ਵਿਕਾਰਾਂ ਦੀ ਹਰੀ ਖੇਤੀ ਚਰਦਾ ਜਾ ਰਿਹਾ ਹੈ। ਨਿਤ ਦਾ ਮਤਲਬ ਕੰਟੀਨਿਊ, ਹਰ ਜਗ੍ਹਾ ਦੇ ਉੱਤੇ। ਉੱਠ ਦਾ ਮਤਲਬ ਹੈ ਯਤਨ ਕਰਦਾ ਹੈ, ਬੜਾ ਹੁੱਬ ਕੇ, ਬੜਾ ਤਾਕਤਵਰ ਹੋ ਕੇ। ਨਿਤ ਉੱਠ ਹੱਸੈ, ਹੱਸਦਾ ਜਾਨੀ ਕਿ ਖੁਸ਼ ਹੁੰਦਾ ਹੈ, ਵਿਕਾਰਾਂ ਨੂੰ ਭੋਗ ਕੇ ਖੁਸ਼ ਹੁੰਦਾ ਹੈ, ਉਹਦੇ ਵਿੱਚੋਂ ਸੁੱਖ ਲੱਭਦਾ ਹੈ। ਹੀਂਗੈ, ਜਿਵੇਂ ਗਧਾ ਹੀਂਗਦਾ ਹੈ, ਉੱਚੀ ਉੱਚੀ ਆਵਾਜ਼ਾਂ ਕਰਦਾ ਹੈ, ਦਾ ਮਤਲਬ ਹੰਕਾਰ ਦੀ ਬੋਲੀ ਬੋਲਦਾ। ਭੋਗਦਾ ਹੈ ਵਿਕਾਰ ਤੇ ਬੋਲੀ ਹੰਕਾਰ ਦੀ ਹੈ, ਤੇ ਉਹਦੇ ਵਿੱਚੋਂ ਸੁੱਖ ਲੱਭਦਾ ਹੈ। ਤੇ ਅਖੀਰ ਤੇ ਦਸ਼ਾ ਕੀ, ਰਿਜ਼ਲਟ ਕੀ ਹੈ? ਮਰੈ। ਜਿਵੇਂ ਗਧਾ ਚੱਲ ਰਿਹਾ, ਉਹਨੂੰ ਰੋਕਣ ਵਾਲਾ ਕੋਈ ਨਹੀਂ, ਉਹ ਪੈਰਾਂ ਹੇਠ ਲਤਾੜਦਾ ਹੈ, ਖਾਂਦਾ ਹੈ, ਬੂਟੇ ਖਰਾਬ ਕਰਦਾ ਹੈ ਫਸਲ ਦੇ। ਜਦੋਂ ਮਾਲਕ ਆ ਜਾਂਦਾ ਨਾ ਡਾਂਗ ਲੈ ਕੇ, ਜਦੋਂ ਮਾਲਕ ਡਾਂਗ ਲੈ ਕੇ ਆਏ, ਜਿਹਦੀ ਖੇਤੀ ਉਹ ਖਰਾਬ ਕਰ ਰਿਹਾ ਹੁੰਦਾ, ਫਿਰ ਸਜ਼ਾ ਜਦੋਂ ਦਿੰਦਾ ਤੇ ਉਹ ਮਾਰਨ ਲੱਗਾ ਥੋੜ੍ਹੀ ਵਹਿੰਦਾ ਫਿਰ ਵੀ ਮੈਂ ਇਹਦੇ ਤੇ ਤਰਸ ਕਰਾਂ। ਇਸੇ ਤਰ੍ਹਾਂ ਜਿਹੜੀ ਹੈ ਵਿਕਾਰਾਂ ਦੀ ਜਿਹੜੀ ਸਜ਼ਾ ਹੈ ਉਹ ਵੀ ਉਨੀ ਵੱਡੀ ਹੁੰਦੀ, ਪਰ ਉਹਦਾ ਸਾਨੂੰ ਕਿਆਸ ਨਹੀਂ ਹੁੰਦਾ। ਜਦੋਂ ਅਸੀਂ ਉਹਨਾਂ ਵਿਕਾਰਾਂ ਵਿੱਚ ਗ੍ਰਸਤ ਹੁੰਦੇ, ਉਦੋਂ ਸਜ਼ਾ ਦਾ ਕਿਆਸ ਬਿਲਕੁਲ ਨਹੀਂ ਹੁੰਦਾ। ਤਾਂ ਦੂਜਾ ਵਾਕ ਫਰਮਾਉਂਦੇ ਨੇ, ਮਾਤਾ ਪੈਸਾ ਅਮੋਹਾ ਜਾਏ। ਮਾਤਾ ਦਾ ਮਤਲਬ ਮਸਤਿਆ ਹੋਇਆ, ਪੈਸਾ ਮਤਲਬ ਝੋਟਾ ਕਹਿ ਲਓ, ਪੜਿਆ ਹੋਇਆ ਝੋਟਾ ਜਿਹਦੇ 'ਚ ਇੰਨੀ ਤਾਕਤ ਹੁੰਦੀ ਹੈ, ਮਸਤਿਆ ਹੋਇਆ ਆਪਣੀ ਸ਼ਕਤੀ, ਆਪਣੀ ਤਾਕਤ ਵਿੱਚ। ਅਮੋਹਾ ਮਤਲਬ ਹੈ ਅਮੋੜ, ਵੀ ਜਿੱਧਰ ਉਹਨੂੰ ਲਿਜਾਣਾ ਚਾਹੋ ਉਧਰ ਜਾਂਦਾ ਨਹੀਂ, ਦੂਜੇ ਪਾਸੇ ਨੂੰ ਜਾਂਦਾ। ਇਹ ਵਾਕ ਪ੍ਰਤੀਕ ਵਰਤ ਕੇ ਭਗਤ ਕਬੀਰ ਜੀ ਮਹਾਰਾਜ ਨੇ ਕਿਹਾ, ਹੰਕਾਰੀ ਮਨ, ਹੰਕਾਰ ਵਿੱਚ ਮਸਤਿਆ ਹੋਇਆ, ਇਹਨੂੰ ਤੁਸੀਂ ਕਹੋ ਵੀ ਆ ਸਿੱਧਾ ਰਾਹ ਹੈ, ਤੁਰੇਗਾ ਨਹੀਂ, ਦੂਜੇ ਪਾਸੇ ਜਾਏਗਾ ਤੇ ਕਹੇਗਾ ਮੈਨੂੰ ਕੀ ਪ੍ਰਵਾਹ, ਮੈਨੂੰ ਕਾਹਦੀ ਕਾਣ। ਸਾਡੇ ਕੋਲ 2-4 ਸ਼ਬਦ ਹੁੰਦੇ ਨੇ, ਮੈਂ ਕਿਹੜਾ ਕਿਸੇ ਦਾ ਦਿੱਤਾ ਖਾਨਾ, ਮੈਂ ਕਿਹੜਾ ਕਿਸੇ ਦਾ ਕੁਝ ਕਰਜ਼ਾ ਦੇਣਾ, ਮੈਨੂੰ ਕਿਹੜੀ ਕਿਸੇ ਦੀ ਕਾਣ ਹੈ। ਵਾਹਿਗੁਰੂ ਕਿਸੇ ਨੂੰ ਇਹ ਚੀਜ਼ਾਂ ਦਾ ਗੁਲਾਮ ਨਾ ਬਣਾਏ, ਪਰ ਹੋਣ ਲੱਗਿਆਂ ਦੇਰ ਵੀ ਨਹੀਂ ਲੱਗਦੀ। ਤੂੰ ਅੱਜ ਕਰਜ਼ਾ ਨਹੀਂ ਦੇਣਾ, ਕੀ ਪਤਾ ਕਦੋਂ ਦੇਣਾ ਪੈ ਜਾਏ। ਤੂੰ ਅੱਜ ਕਿਸੇ ਦਾ ਦਿੱਤਾ ਨਹੀਂ ਖਾਂਦਾ, ਹੋ ਸਕਦਾ ਕਿਹਦੇ ਸਬੱਬੀ ਤੈਨੂੰ ਖਾਣਾ ਪੈ ਜਾਏ।
ਤੂੰ ਅੱਜ ਵੱਡਾ ਹੈ, ਹੋ ਸਕਦਾ ਕੱਲ ਵਡਿਆਈ ਨਾ ਰਵੇ। ਇਹ ਬੋਲ ਵੀ ਆਪਣੇ ਆਪ ਵਿੱਚ ਬੰਦੇ ਦੇ ਈਗੋ ਵਿੱਚੋਂ ਹੀ ਨਿਕਲਦੇ ਨੇ। ਠੀਕ ਹੈ, ਤੂੰ ਡਿਪੈਂਡਡ ਨਹੀਂ ਹੈ ਕਿਸੇ ਉੱਤੇ, ਪਰ ਇਹ ਸੰਸਾਰ ਜਿਹੜਾ ਨਾ, ਸੰਸਾਰ ਬੜੀ ਉਲਝਣ ਭਰੀ ਚੀਜ਼ ਹੈ। ਅਜੇ ਤੇ ਬੇੜੀ ਜਿਹੜੀ ਸਮੁੰਦਰ 'ਚ ਹੀ ਹੈ, ਕਿਨਾਰੇ ਲੱਗ ਜਾਏ ਤੇ ਦਾਵਾ ਕਰ ਲਈ, ਅਜੇ ਤਾਂ ਕੀ ਪਤਾ ਕਿਹੜੇ ਭਵਰ 'ਚ ਜਾ ਫਸੇ। ਤੋ ਵੱਡੇ ਵੱਡੇ ਬਾਦਸ਼ਾਹ ਜਿਹੜੇ, ਉਹਨਾਂ ਨੂੰ ਤਲੀ ਅੱਡ ਕੇ ਰੋਟੀ ਮੰਗਣੀ ਪੈ ਗਈ ਸੀ। ਐਸੇ ਹਾਲਾਤ ਉਹਨਾਂ ਦੇ ਜ਼ਿੰਦਗੀ ਦੇ ਬਦਤਰ ਬਣ ਗਏ ਸਨ। ਤੋ ਹਾਲਾਤ ਜਿਹੜੇ ਨੇ ਉਹ ਤਾਂ ਮੌਸਮ, ਰੁੱਤਾਂ ਦੀ ਨਿਆਈ ਹੁੰਦੇ ਨੇ, ਕਦੋਂ ਕਿੱਥੇ ਬਦਲ ਜਾਣ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ। ਤੋ ਮਾਤਾ ਪੈਸਾ ਅਮੋਹਾ ਜਾਏ, ਕੁੱਦ ਕੁੱਦ ਚਰੈ ਰਸਾਤਲ ਪਾਏ। ਕਹਿੰਦੇ ਨੇ ਉਹ ਕੁੱਦ ਕੁੱਦ ਕੇ, ਛਾਲਾ ਮਾਰ ਮਾਰ ਕੇ ਉਹ ਵੀ ਫਸਲ ਖਾਂਦਾ ਹੈ, ਖਰਾਬ ਕਰਦਾ ਹੈ। ਤੇ ਅਖੀਰ ਨੂੰ ਕੀ ਹੁੰਦਾ, ਜਦੋਂ ਮਾਲਕ ਆਉਂਦਾ ਤੇ ਉਹ ਫਿਰ ਡਾਂਗ ਫੇਰਦਾ, ਸਜ਼ਾ ਦਿੰਦਾ, ਮਾਰਨ ਲੱਗਾ ਉਹ ਵੀ ਨਹੀਂ ਵੇਂਦਾ। ਫਿਰ ਅਖੀਰਲੇ ਵਾਕ ਵਿੱਚ ਕਹਿੰਦੇ ਨੇ, ਕਹੋ ਕਬੀਰ ਪ੍ਰਗਟ ਪਈ ਖੇਡ। ਪ੍ਰਗਟ ਦਾ ਮਤਲਬ ਉਗੜ ਗਈ। ਬੰਦੇ ਦੇ ਅੰਦਰ ਦੀ ਇਹ ਖੇਡ ਜਿਹੜੀ ਹੈ ਨਾ, ਉਗੜੀ ਪਈ ਹੈ, ਭਾਵ ਪ੍ਰਗਟ ਹੈ, ਸਮਝ ਵਿੱਚ ਆਉਂਦੀ ਹੈ ਕੀ ਵਰਤਾਰਾ ਬੰਦੇ ਦੇ ਅੰਦਰ ਖੇਡ ਵਰਤ ਰਹੀ ਹੈ। ਲੇਲੇ ਕੋ ਚੁੰਘੇ ਨਿਤ ਭੇਡ। ਹੁਣ ਲੇਲਾ ਬੱਚਾ ਹੈ ਭੇਡ ਦਾ, ਤੇ ਬੱਚੇ ਨੇ ਮਾਂ ਨੂੰ ਚੁੰਘਣਾ, ਪਰ ਉਲਟੀ ਖੇਡ ਹੈ, ਮਾਂ ਬੱਚੇ ਨੂੰ ਚੁੰਘ ਰਹੀ। ਇਹਦਾ ਭਾਵ ਕੀ ਹੈ? ਭਾਵ ਇਹਦਾ ਪ੍ਰਤੀਕ ਇਹ ਵਰਤਿਆ ਹੈ, ਜਿਹੜੀ ਮੱਤ ਹੈ, ਮੱਤ ਦਾ ਦਰਜਾ ਸ਼੍ਰੋਮਣੀ ਹੈ, ਮਨ ਦਾ ਦਰਜਾ ਮੱਤ ਤੋਂ ਨੀਵਾਂ ਹੈ। ਆਪਾਂ ਰੋਜ਼ ਅਰਦਾਸ 'ਚ ਕੀ ਮੰਗਦੇ ਹਾਂ? ਮਨ ਨੀਵਾਂ ਮੱਤ ਉੱਚੀ। ਤੇ ਜੇ ਤੁਸੀਂ ਮੱਤ ਵਾਲਾ ਦਰਜਾ ਮਨ ਨੂੰ ਦੇ ਲਓ, ਮਨ ਉੱਚਾ ਕਰ ਲਓ ਤੇ ਮੱਤ ਨੀਵੀਂ ਕਰ ਲਓ, ਤਾਂ ਸਾਰੀ ਜ਼ਿੰਦਗੀ ਦੀ ਖੇਡ ਬਦਲ ਜਾਏ। ਭਗਤ ਜੀ ਨੇ ਸੇਮ ਇਹ ਭਾਵ ਕਿਹਾ। ਉਹ ਕਹਿੰਦੇ ਨੇ ਵੀ ਮੱਤ ਰੂਪ ਭੇਡ ਜਿਹੜੀ ਹੈ, ਉਹ ਮਨ ਰੂਪੀ ਲੇਲੇ ਦੇ ਮਗਰ ਲੱਗੀ ਹੋਈ। ਚਾਹੀਦਾ ਇਹ ਸੀ ਵੀ ਮਨ ਮੱਤ ਦੇ ਮਗਰ ਚੱਲ। ਮੱਤ ਉਹ ਜਿਹਨੇ ਨਿਚੋੜ ਕੱਢ ਲਿਆ ਕਿਸੇ ਗੱਲ ਦਾ, ਮਨ ਉਹ ਜਿਹਦੇ 'ਚ ਫੁਰਨਾ ਆ ਰਿਹਾ। ਤੇ ਸਾਡਾ ਜੀਵਨ ਚੱਲ ਕਾਹਦੇ ਆਸਰੇ ਤੇ ਰਿਹਾ? ਮੱਤ ਆਸਰੇ ਨਹੀਂ, ਮਨ ਦੇ ਫੁਰਨੇ ਆਸਰੇ ਚੱਲ ਰਿਹਾ। ਮਨ 'ਚ ਆਈ ਸੀ, ਕਰ ਲਈ। ਉਹਨੂੰ ਮੱਤ ਨਾਲ ਵਿਚਾਰਿਆ ਨਹੀਂ ਵੀ ਕਰਨ ਯੋਗ ਸੀ ਕਿ ਨਹੀਂ ਕਰਨ ਯੋਗ ਸੀ। ਬਸ ਮਨ 'ਚ ਆਇਆ ਤੇ ਕਰ ਲਿਆ, ਮਨ 'ਚ ਆਇਆ ਤੇ ਬੋਲ ਲਿਆ, ਮਨ 'ਚ ਆਇਆ ਤੇ ਉਹਨੂੰ ਇੰਪਲੀਮੈਂਟ ਕਰ ਲਿਆ। ਤੋ ਇਸ ਵਾਸਤੇ ਜਦੋਂ ਇਹ ਵਾਕ ਭਗਤ ਜੀ ਦਾ ਇੱਥੇ ਸਮਾਪਤ ਹੋ ਜਾਂਦਾ ਹੈ, ਤੇ ਅਖੀਰਲੇ ਦੋ ਬੰਦ ਕਿਉਂ ਲਿਖੇ ਗੁਰੂ ਅਰਜਨ ਸਾਹਿਬ ਨੇ? ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਮਹਿਸੂਸ ਕੀਤਾ, ਸ਼ਬਦ ਵਿੱਚ ਹੱਲ ਨਹੀਂ ਦੱਸਿਆ ਗਿਆ। ਇਹ ਹੱਲ ਕੀ ਹੈ? ਭਾਵੇਂ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਲੜੀਵਾਰ ਨੇ ਤੇ ਹੱਲ ਬਾਕੀ ਸ਼ਬਦਾਂ 'ਚ ਹੈ, ਪਰ ਇਸ ਸ਼ਬਦ ਵਿੱਚ ਜੇ ਦੋ ਪੰਕਤੀਆਂ ਹੋਰ ਐਡ ਹੋ ਜਾਣ ਤਾਂ ਨਾਲ ਹੀ ਸ਼ਬਦ ਪੜ੍ਹਨ ਵਾਲੇ ਨੂੰ ਹੱਲ ਵੀ ਮਿਲ ਜਾਏ। ਇਸ ਅਵਸਥਾ 'ਚੋਂ ਨਿਕਲਣ ਦਾ ਹੱਲ ਕੀ ਹੈ, ਰਾਹ ਕੀ ਹੈ? ਤਾਂ ਗੁਰੂ ਅਰਜਨ ਸਾਹਿਬ ਨੇ ਦੋ ਪੰਕਤੀਆਂ ਦਰਜ ਕੀਤੀਆਂ। ਰਾਮ ਰਮਤ ਮਤ ਪ੍ਰਗਟੀ ਆਈ। ਰਾਮ ਨੂੰ ਰਮਦਿਆਂ, ਰਮਤ ਯਾਦ ਕਰਦਿਆਂ, ਚੇਤੇ ਚਿੰਤਨ ਵਿੱਚ ਵਸਾਉਂਦਿਆਂ ਹੋਇਆਂ, ਉਹਦੀ ਯਾਦ, ਉਹਦੇ ਗੁਣ, ਉਹਦੇ ਹੁਕਮ ਵਿੱਚ ਤੁਰਦਿਆਂ ਮਤ ਪ੍ਰਗਟੀ ਆਈ। ਵਿਵੇਕ ਬੁੱਧੀ ਜਿਹੜੀ ਹੈ ਜੀਵ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਉਹਦੇ ਅੰਦਰ ਵਿਵੇਕਸ਼ੀਲਤਾ ਆ ਜਾਂਦੀ ਹੈ, ਸਮਝ ਗਿਆਨ ਅਕਲ ਆ ਜਾਂਦੀ ਹੈ। ਪਰ ਇਹ ਕਿੱਥੋਂ ਮਿਲੇਗੀ? ਕਹੋ ਕਬੀਰ ਗੁਰ ਸੋਝੀ ਪਾਈ। ਇਹ ਕਬੀਰ ਆਖ, ਗੁਰੂ ਨੇ ਇਹ ਸੋਝੀ ਬਖਸ਼ਿਸ਼ ਕੀਤੀ ਕਿ ਰਾਮ ਪਰਮੇਸ਼ਰ ਸਰਵ ਵਿਆਪਕ ਵਾਹਿਗੁਰੂ ਦੇ ਯਾਦ ਵਿੱਚ ਜੁੜੋ। ਹੌਲੀ ਹੌਲੀ ਵਿਵੇਕਸ਼ੀਲਤਾ ਅੰਦਰ ਪੈਦਾ ਹੋਏਗੀ, ਭਲੇ ਬੁਰੇ ਦੀ ਪਰਖ ਪੈਦਾ ਹੋਏਗੀ, ਜੀਵ ਕੁਰਾਏ ਨਹੀਂ ਪਏਗਾ। ਸਾਹਿਬ ਕਿਰਪਾ ਕਰਨ। ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ, ਅਦਬ ਸਹਿਤ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।